प्यारे विद्यार्थियों, स्वागत है तुहाडा मेरे YouTube चैनल ਸਾਹਿਤਿਕ ਜਾਣਕਾਰੀ ਤੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਾਕਟਰ ਬਲਵੀਰ ਸਿੰਘ ਦਾ ਪੰਜਾਬੀ ਨਿਬੰਧ ਦੇ ਵਿਕਾਸ ਵਿੱਚ ਯੋਗਦਾਨ ਬਾਰੇ ਵਿਸਥਾਰ ਸਹਿਤ ਪੜਾਂਗੇ। ਡਾਕਟਰ ਬਲਵੀਰ ਸਿੰਘ ਦਾ ਪੰਜਾਬੀ ਨਿਬੰਧ ਦੇ ਵਿਕਾਸ ਵਿੱਚ ਯੋਗਦਾਨ ਦੇਖੋ। ਡਾਕਟਰ ਬਲਵੀਰ ਸਿੰਘ ਆਧੁਨਿਕ ਵਾਰਤਕਕਾਰਾਂ ਵਿੱਚੋਂ ਇੱਕ ਪ੍ਰਸਿੱਧ ਵਾਰਤਕਕਾਰ ਹਨ। ਉਹਨਾਂ ਦੇ ਜੀਵਨ ਸੰਬੰਧੀ ਜਿੰਨੀ ਕੋ ਜਾਣਕਾਰੀ ਮਿਲਦੀ ਹੈ ਉਸ ਤੋਂ ਪਤਾ ਲੱਗਦਾ ਕਿ ਉਹ ਇੱਕ ਅਜਿਹੇ ਖਾਨਦਾਨ ਨਾਲ ਸੰਬੰਧ ਰੱਖਦੇ ਸਨ ਜਿਸ ਨੇ ਪੰਜਾਬੀ ਸਾਹਿਤ ਵਿੱਚ ਕਾਫੀ ਯੋਗਦਾਨ ਪਾਇਆ। ਉਹ ਵੀ ਵਿਗਿਆਨੀ ਸੀਗੇ ਉਹ ਇੱਕ, ਤਾਂ ਵੀ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਤੇ ਵਿਸ਼ੇਸ਼ ਕਰਕੇ ਪੰਜਾਬੀ ਵਾਰਤਕ ਨੂੰ ਕਾਫੀ ਅਮੀਰ ਬਣਾਇਆ। ਜਾਣੀ ਪੰਜਾਬੀ ਵਾਰਤਕ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਪੰਜਾਬੀ ਵਾਰਤਕ ਲਿਖਣ ਦੇ ਵਿੱਚ। ਤੇ ਇਹਨਾਂ ਦਾ ਦੇਖੋ ਦੋ ਪੱਖਾਂ ਤੋਂ ਇਹਨਾਂ ਨੇ ਲਿਖੀ ਹੈ। ਜਾਣੀ ਇੱਕ ਤਾਂ ਪਹਿਲਾ ਹੈਗਾ ਇਹਨਾਂ ਦਾ ਗਿਣਾਤਮਕ ਪੱਖ ਤੇ ਦੂਜਾ ਹੈਗਾ ਇਹਨਾਂ ਦਾ ਗੁਣਾਤਮਕ ਪੱਖ। ਦੋਨਾਂ ਪੱਖਾਂ ਦੇ ਵਿੱਚੋਂ ਦੋ ਦਿਸ਼ਾਵੀ ਯੋਗਦਾਨ ਹੈ ਇਹਨਾਂ ਦਾ ਪੰਜਾਬੀ ਨਿਬੰਧ ਦੇ ਖੇਤਰ ਦੇ ਵਿੱਚ। ਪਹਿਲਾ ਦੇਖੋ ਇਹਨਾਂ ਦਾ ਨਿਬੰਧ ਪਹਿਲਾ ਗਿਣਾਤਮਕ ਪੱਖੋਂ ਯੋਗਦਾਨ ਹੈ ਜਿਹੜਾ ਚਰਨ ਹਰੀ ਵਿਸਤਾਰ ਪੁਸਤਕ ਦੀ ਰਚਨਾ। ਨਾਲ ਨਾਲ ਆਪਣੇ ਇਹਨਾਂ ਦੀਆਂ ਪੁਸਤਕਾਂ ਦੇ ਨਾਮ ਯਾਦ ਹੋ ਜਾਣਗੇ ਦੇਖੋ, ਤੇ ਨਾਲ ਨਾਲ ਕੀ ਹੈ ਵੀ ਇਹਨਾਂ ਦੇ ਜਿਹੜੇ ਉਦੋਂ ਅੱਗੇ ਨਿਬੰਧ ਲਿਖੇ ਹੋਏ ਆ ਉਹ ਯਾਦ ਕਰਾਂਗੇ। ਠੀਕ ਹੈ, ਚਰਨ ਹਰੀ ਵਿਸਤਾਰ ਪੁਸਤਕ ਦੀ ਰਚਨਾ ਕੀਤੀ ਹੈ। ਇਹ ਡਾਕਟਰ ਸਾਹਿਬ ਦੀ ਇੱਕ ਇਤਿਹਾਸਕ ਪੁਸਤਕ ਹੈ ਤੇ ਇਸ ਪੁਸਤਕ ਦੀਆਂ ਦੋ ਸੈਂਚੀਆਂ। ਠੀਕ ਹੈ, ਪਹਿਲੀ ਸੈਂਚੀ ਵਿੱਚ ਮਹਾਰਾਜਾ ਕੌੜਾ ਮੱਲ ਤੇ ਬਾਬਾ ਕਾਹਨ ਸਿੰਘ ਦੇ ਜੀਵਨ ਚਰਿੱਤਰ ਹੈ ਤੇ ਦੂਜੀ ਸੈਂਚੀ ਦੇ ਵਿੱਚ ਚਰਨ ਸਿੰਘ ਦਾ ਜੀਵਨ ਬਿਰਤਾਂਤ ਮਿਲਦਾ। ਠੀਕ ਹੈ, ਉਸ ਤੋਂ ਅੱਗੇ ਆ ਗਈ ਸਾਡੇ ਕੋਲ ਸ਼ੁੱਧ ਸਰੂਪ ਦੀ ਰਚਨਾ। ਇਸ ਪੁਸਤਕ ਦੇ ਵਿੱਚ ਦੇਖੋ ਡਾਕਟਰ ਸਾਹਿਬ ਨੇ 5 ਲੇਖ ਲਿਖੇ ਆ। ਠੀਕ ਹੈ, ਤੇ ਇਸ ਪੁਸਤਕ ਦੇ ਅਧਿਐਨ ਤੋਂ ਪਿੱਛੋਂ ਪ੍ਰਸਿੱਧ ਵਿਦਵਾਨ ਸਰਦਾਰ ਖੁਸ਼ਵੰਤ ਸਿੰਘ ਨੇ ਇਹ ਗੱਲ ਕਹੀ ਹੈ ਇਹਨਾਂ ਬਾਰੇ, ਇਹਨਾਂ ਦੀ ਸ਼ਲਾਘਾ ਕਰਦਿਆਂ ਤੋਂ ਕਹਿੰਦਾ ਵੀ ਮੈਂ ਭਰੋਸੇ ਨਾਲ ਕਹਿੰਦਾ ਹਾਂ ਕਿ ਕਿਸੇ ਪੰਜਾਬੀ ਨੇ ਡਾਕਟਰ ਸਾਹਿਬ ਦੇ ਪੱਧਰ ਦੀ ਵਾਰਤਕ ਹਾਲੇ ਤੱਕ ਨਹੀਂ ਲਿਖੀ। ਜਾਨੀ ਕਿ ਇਹਨਾਂ ਦਾ ਜਿਹੜਾ ਪੱਧਰ ਹੈ ਉਹ ਸਭ ਤੋਂ ਜ਼ਿਆਦਾ ਉੱਚਾ, ਵੀ ਇਸ ਤਰ੍ਹਾਂ ਦੀ ਵਾਰਤਕ ਡਾਕਟਰ ਖੁਸ਼ਵੰਤ ਸਿੰਘ ਨੇ ਕਹੀ ਹੈ ਇਹ ਗੱਲ, ਡਾਕਟਰ ਖੁਸ਼ਵੰਤ ਸਿੰਘ ਨੇ। ਠੀਕ ਹੈ, ਕਿਹਾਗਾ ਵੀ ਇਹ ਵੀ ਉਹ ਕਹਿੰਦੇ ਮੈਂ ਭਰੋਸੇ ਦੇ ਨਾਲ ਇਹ ਗੱਲ ਕਹਿਣਾ। ਅੱਗੇ ਦੇਖੋ ਕਲਮ ਦੀ ਕਰਾਮਾਤ, ਇਹ ਇਹਨਾਂ ਦੀ 12 ਨਿਬੰਧਾਂ ਦਾ ਸੰਗ੍ਰਹਿ ਹੈ ਜਿਹੜੀ ਕਲਮ ਦੀ ਕਰਾਮਾਤ ਹੈ ਇਹ ਵਾਲੀ ਪੁਸਤਕ। ਇਹਦੇ ਵਿੱਚ ਦੇਖੋ ਮੈਂ ਇੱਥੇ ਸਾਰੇ ਨਿਬੰਧਾਂ ਦੇ ਨਾਮ ਲਿਖੇ ਹੋਏ ਆ, ਇਹਨਾਂ ਨੂੰ ਧਿਆਨ ਨਾਲ ਯਾਦ ਕਰ ਲਿਓ। ਜਿਵੇਂ ਕਲਮ ਦੀ ਕਰਾਮਾਤ, ਸਿੱਖੀ ਮੰਡਲ ਵਿੱਚ ਇਸਤਰੀ ਦਾ ਦਰਜਾ, ਸ਼੍ਰੀ ਗੁਰੂ ਨਾਨਕ ਦੇਵ ਜੀ, ਸੁੱਖ ਦੁੱਖ, ਸ਼੍ਰੀ ਗੁਰੂ ਅਰਜਨ ਦੇਵ ਜੀ, ਉਪਕਾਰ ਭਗਤੀ, ਕਲਾ ਕੌਸ਼ਲ ਦੀ ਕੁਠਾਲੀ, ਅਰਦਾਸ ਦੀ ਸ਼ਕਤੀ, ਕਰਮ ਨਾਮ, ਪੰਜਾਬੀ ਦੀ ਰਮਜ਼ ਭਰੀ ਕਵਿਤਾ ਤੇ ਮਜ਼ਹਬ ਵਿੱਚ ਦਖਲ ਤੇ ਗੁਰਮੁਖ। ਇਹ ਸਾਰੇ ਦੇਖੋ ਤੁਹਾਨੂੰ ਇਸ ਤਰ੍ਹਾਂ ਆਊਗਾ ਕੁਐਸਚਨ ਵੀ ਜਿਵੇਂ ਕੋਈ ਵੀ ਇੱਕ ਨਿਬੰਧ ਦੇ ਕੇ ਵੀ ਇਹ ਕਿਹੜੀ ਬੁੱਕ ਦੇ ਵਿੱਚੋਂ ਲਿਆ ਗਿਆ, ਕਿਹੜੇ ਨਿਬੰਧਾਂ ਦਾ ਸੰਗ੍ਰਹਿ ਹੈ ਜਿਹਦੇ ਵਿੱਚੋਂ ਜਿਹੜੀ ਇਹ ਬੁੱਕ ਹੈ। ਠੀਕ ਹੈ, ਤਾਂ ਉੱਥੇ ਆਪਾਂ ਕਲਮ ਦੀ ਕਰਾਮਾਤ ਇਹਦਾ ਜਵਾਬ ਦੇਵਾਂਗੇ, ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਵੀ ਆ ਸਕਦਾ ਵੀ ਕਿਸ ਦੀ ਰਚਨਾ ਤੇ ਡਾਕਟਰ ਬਲਵੀਰ ਸਿੰਘ ਦੀ ਰਚਨਾ ਹੈ, ਵਾਰਤਕ ਭਾਗ ਹੈ ਇਹ ਉਹਨਾਂ ਦਾ। ਠੀਕ ਹੈ, ਨਿਬੰਧਾਂ ਦਾ ਸੰਗ੍ਰਹਿ ਆ ਸਾਰਾ ਇਸ ਬੁੱਕ ਦੇ ਵਿੱਚ ਕਲਮ ਦੀ ਕਰਾਮਾਤ ਦੇ ਵਿੱਚ ਇਹ ਸਾਰੇ ਨਿਬੰਧ ਹੈ। ਜਾਂ ਇਸ ਤਰ੍ਹਾਂ ਵੀ ਕੁਐਸਚਨ ਆ ਜਾਂਦਾ ਵੀ ਕਲਮ ਦੀ ਕਰਾਮਾਤ ਦੇ ਵਿੱਚ ਕਿੰਨੇ ਨਿਬੰਧ ਹੈ, ਤਾਂ ਠੀਕ ਹੈ ਉੱਥੇ ਆਪਣੇ ਕੋਲੇ 12 ਨਿਬੰਧ। ਇਸ ਤਰ੍ਹਾਂ ਦੇ ਕੁਐਸਚਨ ਹੈ ਜਿਹੜੇ ਇਹ ਇਸ ਨਾਲ ਸੰਬੰਧਿਤ ਆਉਂਦੇ ਆ। ਲੰਮੀ ਨਜ਼ਰ ਪੁਸਤਕ ਆ ਗਈ ਅੱਗੇ ਇਹਨਾਂ ਦੀ, ਇਹ ਵੀ ਡਾਕਟਰ ਬਲਵੀਰ ਸਿੰਘ ਦੁਆਰਾ ਰਚਿਤ ਹੈ ਤੇ ਇਹਦੇ ਵਿੱਚ ਕੀ ਹੈ 9 ਨਿਬੰਧ ਹੈ ਜਿਨ੍ਹਾਂ ਦੇ ਨਾਮ ਦੇਖੋ ਜਿਵੇਂ ਰਵਾਬ ਲੰਮੀ ਨਜ਼ਰ, ਪ੍ਰਾਰਥਨਾ, ਬਾਬਾ ਰਕਤਦੇਵ, ਸੇਵ ਕਮਾਈ, ਚੰਦਰਹਾਂਸ, ਆਬਦਾਰ ਮੋਤੀ, ਸੱਚ ਦੀ ਸੂਰਤ, ਸਰਬ ਕਾਲ। ਤਾਂ ਇਹ ਜਿਹੜੇ 9 ਨਿਬੰਧ ਹੈ ਇਹ ਇਹਨਾਂ ਦੀ ਲੰਮੀ ਨਜ਼ਰ ਪੁਸਤਕ ਦੇ ਵਿੱਚ ਦਰਜ ਹੈ। ਤਾਂ ਦੇਖੋ ਇਹਨਾਂ ਨਿਬੰਧਾਂ ਦੇ ਜਿਹੜੇ ਸਿਰਲੇਖ ਹੈ ਇਹਨਾਂ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਵੀ ਜਿਹੜੇ ਇਹਨਾਂ ਦੇ ਵਿਚਲੇ ਨਿਬੰਧ ਹੋਣਗੇ, ਵਿਚਾਰ ਹੋਣਗੇ, ਉਹ ਬਹੁਤ ਹੀ ਜ਼ਿਆਦਾ ਗੰਭੀਰ ਹੈ। ਠੀਕ ਹੈ, ਹਰੇਕ ਦੇ ਹੈਡਿੰਗ ਤੋਂ ਪਤਾ ਲੱਗਣਾ। ਤਾਂ ਅੱਗੇ ਦੇਖੋ ਸਾਡੇ ਕੋਲੇ 5 ਗ੍ਰੰਥੀ ਸਟੀਕ ਦੀ ਸਥਾਪਨਾ। ਭਾਵੇਂ 5 ਗ੍ਰੰਥੀ ਸਟੀਕ ਦਾ ਪਹਿਲਾ ਐਡੀਸ਼ਨ ਹੈ ਜਿਹੜਾ ਉਹ ਭਾਈ ਵੀਰ ਸਿੰਘ ਜੀ ਨੇ ਲਿਖਿਆ ਸੀ, ਪਰ ਮਗਰੋਂ ਇਹਦਾ ਐਡੀਸ਼ਨ ਹੈ ਜਿਹੜਾ ਡਾਕਟਰ ਬਲਵੀਰ ਸਿੰਘ ਨੇ ਇਹਦੀ ਦੁਹਰਾਈ ਕੀਤੀ ਹੈ ਤੇ ਨਵੇਂ ਸਿਰੋਂ ਇਹਨੂੰ ਲਿਖਿਆ, ਨਵੇਂ ਸਿਰੋਂ ਇਹਦੀ ਰਚਨਾ ਕੀਤੀ ਹੈ ਤੇ ਇਹਦਾ ਸੰਪਾਦਨ ਕੀਤਾ। ਠੀਕ ਹੈ, ਪਹਿਲਾ ਐਡੀਸ਼ਨ ਭਾਈ ਵੀਰ ਸਿੰਘ ਜੀ ਨੇ ਲਿਖਿਆ ਸੀ, ਦੁਹਰਾਈ ਕੀਤੀ ਹੈ ਇਹਦੀ ਡਾਕਟਰ ਬਲਵੀਰ ਸਿੰਘ ਨੇ। ਅੱਗੇ ਦੇਖੋ ਰਾਗਮਾਲਾ ਨਿਰਣੈ, ਇਹ ਉਹਨਾਂ ਦੀ ਹੋਰ ਰਚਨਾ ਆ ਗਈ ਸਾਡੇ ਕੋਲੇ ਰਾਗਮਾਲ ਨਿਰਣੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਅੰਤ ਵਿੱਚ ਦਿੱਤੀ ਰਾਗਮਾਲਾ ਸੰਬੰਧੀ ਵਿਵਾਦ ਚੱਲ ਰਿਹਾ ਸੀਗਾ। ਠੀਕ ਹੈ, ਵਿਵਾਦ ਚੱਲ ਪਿਆ ਸੀ ਨਾ, ਉਹਨਾਂ ਦੀ ਜਿਹੜੀ ਰਾਗਮਾਲਾ ਲਿਖੀ ਵੀ ਸੀ ਉਹਦੇ ਸੰਬੰਧੀ, ਤੇ ਉਹਨਾਂ ਨੇ ਇਸ ਪੁਸਤਕ ਦੀ ਰਚਨਾ ਕੀਤੀ ਸੀ ਤੇ ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੀਤਾ ਸੀ। ਠੀਕ ਹੈ, ਇਹ ਪੁਸਤਕ ਲਿਖ ਕੇ ਜਿੱਥੇ ਰਾਗਮਾਲਾ ਸੰਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ ਉਹਨਾਂ ਨੇ, ਉੱਥੇ ਬਹੁਤ ਸਾਰੇ ਲੋਕਾਂ ਨੂੰ ਝਗੜੇ ਵਿੱਚ ਪੈਣ ਤੋਂ ਬਚਾ ਲਿਆ ਸੀਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਆਦਰ ਨੂੰ ਇਹਨਾਂ ਨੇ ਕਾਇਮ ਰੱਖਿਆ ਸੀ ਇਹ ਪੁਸਤਕ ਲਿਖ ਕੇ। ਠੀਕ ਹੈ, ਰਾਗਮਾਲਾ ਨਿਰਣੈ। ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ,
ਇਹ ਇਹਨਾਂ ਨੇ 2 ਭਾਗਾਂ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਇਹਨਾਂ ਦੀ ਜਿਹੜੀ ਇਹ ਰਚਨਾ ਹੈ। ਤੇ ਇਸ ਰਚਨਾ ਵਿੱਚ ਉਹਨਾਂ ਨੇ ਇਹ ਯਤਨ ਕੀਤਾ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸ਼ਬਦਾਂ ਦਾ ਅਰਥ ਸਹੀ ਤੇ ਸ਼ੁੱਧ ਰੂਪ ਵਿੱਚ ਕੀਤਾ ਜਾਵੇ। ਤੇ ਅਸਲ ਵਿੱਚ ਇਸ ਰਚਨਾ ਦੁਆਰਾ ਹੀ ਸਿੱਖ ਜਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸ਼ਬਦਾਂ ਦੀ ਸਹੀ ਤੇ ਬਿਆਨਕ ਟੀਕਾਕਾਰੀ ਥੋੜ ਨੂੰ ਪੂਰਾ ਕੀਤਾ ਗਿਆ। ਠੀਕ ਹੈ, ਜਿਹੜੀ ਸਾਡੇ ਕੋਲ ਥੋੜ ਸੀ ਉਹਨਾਂ ਦੇ ਟੀਕਾਕਾਰੀ ਦੀ, ਉਹਨੂੰ ਪੂਰਾ ਕੀਤਾ ਗਿਆ ਉਹਨਾਂ ਦੀ ਇਸ ਪੁਸਤਕ ਰਾਹੀਂ ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ। ਅੱਗੇ ਆ ਗਏ ਇਹਨਾਂ ਦੇ ਗੁਣਾਤਮਕ ਪੱਖੋਂ ਯੋਗਦਾਨ। ਪਹਿਲਾ ਸੀਗਾ ਦੇਖੋ ਗਿਣਾਤਮਕ ਪੱਖੋਂ ਯੋਗਦਾਨ, ਤੇ ਹੁਣ ਗੁਣਾਤਮਕ ਪੱਖੋਂ ਆ ਗਿਆ। ਇਹਦੇ ਵਿੱਚ ਕੀ ਹੈ, ਦਾਰਸ਼ਨਿਕ ਵਿਸ਼ਿਆਂ ਸੰਬੰਧੀ ਨਿਬੰਧ। ਤਾਂ ਪਹਿਲਾਂ ਉਹਨਾਂ ਨੇ ਇਹ ਲਿਖਿਆ ਦਾਰਸ਼ਨਿਕ ਵਿਸ਼ਿਆਂ ਸੰਬੰਧੀ ਨਿਬੰਧ ਜਿਹੜੇ ਲਿਖੇ ਆ, ਤੇ ਵਿਸ਼ੇ ਦੇ ਪੱਖ ਤੋਂ ਇਹਨਾਂ ਦੀ ਵੱਡੀ ਦੇਣ ਹੈ ਵੀ ਜਿਸ ਸਮੇਂ ਪ੍ਰੋਫੈਸਰ ਪੂਰਨ ਸਿੰਘ, ਠੀਕ ਹੈ, ਪੰਜਾਬੀ ਵਿੱਚ ਉਹਨਾਂ ਨੇ ਭਾਵਾਤਮਕ ਕਿਸਮ ਦੇ ਨਿਬੰਧ ਲਿਖੇ ਸੀ, ਤੇ ਉਸ ਸਮੇਂ ਡਾਕਟਰ ਸਾਹਿਬ ਨੇ ਦਾਰਸ਼ਨਿਕ ਵਿਸ਼ਿਆਂ ਸੰਬੰਧੀ ਨਿਬੰਧ ਲਿਖ ਕੇ ਪੰਜਾਬੀ ਨਿਬੰਧ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਯੋਗਦਾਨ ਪਾਇਆ। ਤੇ ਇਸ ਪ੍ਰਸੰਗ ਦੇ ਵਿੱਚ ਦੇਖੋ ਅਸੀਂ ਲੰਮੀ ਨਦਰ ਪੁਸਤਕ ਵਿੱਚੋਂ ਰਬਾਬ, ਲੰਮੀ ਨਦਰ, ਪ੍ਰਾਰਥਨਾ, ਸੇਵ ਕਮਾਈ, ਸਰਬ ਨਾਲ ਸੱਚ ਦੀ ਸੂਰਤ ਆਦਿ ਦੇ ਨਾਲ ਲੈ ਸਕਦੇ ਹਾਂ। ਤੇ ਜਿਹੜੀ ਉਹਨਾਂ ਦੀ ਕਲਮ ਦੀ ਕਰਾਮਾਤ ਪੁਸਤਕ ਹੈ ਉਹਦੇ ਵਿੱਚੋਂ ਅਸੀਂ ਸੁੱਖ ਦੁੱਖ, ਗੁਰਮੁਖ, ਉਪਕਾਰ, ਭਗਤੀ, ਕਰਮ, ਨਾਮ, ਇਹਨਾਂ ਦੇ ਨਿਬੰਧ ਆ ਜਿਹੜੇ ਉਹ ਇਸੇ ਸ਼੍ਰੇਣੀ ਦੇ ਵਿੱਚ ਆਉਂਦੇ ਆ ਦਾਰਸ਼ਨਿਕ ਵਿਸ਼ਿਆਂ ਦੇ ਵਿੱਚ। ਅੱਗੇ ਦੇਖੋ ਸੰਪਰਦਾਇਕਤਾ ਰਹਿਤ ਨਿਬੰਧਾਂ ਵਿੱਚ ਹਿੱਸਾ। ਤਾਂ ਇਹਦੇ ਵਿੱਚ ਇਹਨਾਂ ਦੀ ਇਹ ਸਾਡੇ ਕੋਲੇ ਅਗਲੀ ਦੇਣ ਹੈ ਵੀ ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਪਹਿਲਾਂ ਤੋਂ ਹੀ ਚੱਲ ਰਹੀ ਸੰਪਰਦਾਇਕਤਾ ਰਹਿਤ ਨਿਬੰਧ ਲਹਿਰ ਵਿੱਚ ਹਿੱਸਾ ਪਾਇਆ। ਠੀਕ ਹੈ, ਤੇ ਉਹਨਾਂ ਨੇ ਜਿੱਥੇ ਗੁਰਬਾਣੀ ਵਿੱਚੋਂ ਉਦਾਹਰਨਾਂ ਲਈਆਂ, ਠੀਕ ਹੈ, ਤੇ ਤਾਂ ਉਹ ਸੂਫੀ ਫਕੀਰਾਂ ਨਾਲ ਜਿਵੇਂ ਉਹਨਾਂ ਨੇ ਗੁਰਬਾਣੀ ਦੇ ਵਿੱਚੋਂ ਵੀ ਉਦਾਹਰਨਾਂ ਲਈਆਂ, ਤੇ ਨਾਲ ਉਹਨਾਂ ਨੇ ਸੂਫੀ ਫਕੀਰਾਂ, ਹਿੰਦੂ ਧਾਰਮਿਕ ਗ੍ਰੰਥਾਂ, ਵਿਦੇਸ਼ੀ ਵਿਚਾਰਨਾਵਾਂ ਦੀਆਂ ਟੂਕਾਂ ਅਤੇ ਵੱਖ-ਵੱਖ ਇਲਾਕਿਆਂ ਤੇ ਸੰਪਰਦਾਇਕਤਾ ਨਾਲ ਸੰਬੰਧ ਰੱਖਣ ਵਾਲੇ ਮਹਾਂਪੁਰਸ਼ ਦੇ ਜੀਵਨ ਵਿੱਚੋਂ ਵੀ ਉਦਾਹਰਨ ਦੇਣ ਤੋਂ ਪਰਹੇਜ਼ ਨਹੀਂ ਕੀਤਾ ਉਹਨਾਂ ਨੇ। ਠੀਕ ਹੈ, ਇਸ ਕਰਕੇ ਸੰਪਰਦਾਇਕਤਾ ਰਹਿਤ ਨਿਬੰਧਾਂ ਦੇ ਵਿੱਚ ਉਹਨਾਂ ਨੇ ਹਿੱਸਾ ਪਾਇਆ। ਅਗਲਾ ਦੇਖੋ ਸਾਡਾ ਜੀਵਨੀ ਪ੍ਰਧਾਨ ਨਿਬੰਧ। ਠੀਕ ਹੈ, ਜਿਵੇਂ ਡਾਕਟਰ ਸਾਹਿਬ ਨੇ ਨਾ ਤਾਂ ਕਪੂਰ ਸਿੰਘ ਵਾਂਗ ਨਿਰੋਲ ਜੀਵਨੀਆਂ ਲਿਖੀਆਂ, ਤੇ ਨਾ ਹੀ ਇਹਨਾਂ ਨੇ ਪ੍ਰਿੰਸੀਪਲ ਤੇਜਾ ਸਿੰਘ ਦੇ ਗੰਗਾਦੀਨ ਦਾ ਸੁਭਾਅ ਨਿਬੰਧ ਵਾਂਗ ਕਿਸੇ ਕਲਪਿਤ ਵਿਅਕਤੀ ਦਾ ਰੇਖਾ ਚਿੱਤਰ ਬਣਾਇਆ, ਤੇ ਇਹਨਾਂ ਦੇ ਵਿਚਾਰਾਂ ਦੇ ਨਾਲ ਤਾਂ ਜੀਵਨੀ ਅੰਸ਼ ਨੂੰ ਵੀ ਸ਼ਾਮਿਲ ਕੀਤਾ ਗਿਆ। ਠੀਕ ਹੈ, ਤੇ ਉਹਨਾਂ ਦੇ ਜੀਵਨੀ ਪਰਕ ਨਿਬੰਧਾਂ ਵਿੱਚ ਜਾਨੀ ਲੰਮੀ ਨਦਰ ਪੁਸਤਕ ਦੇ ਵਿੱਚੋਂ ਅਸੀਂ ਬਾਬਾ ਰਾਖਤ ਦੇਵ, ਚੰਦਰਹਾਸ, ਅਵਤਾਰ ਮੋਤੀ ਤੇ ਕਲਮ ਦੀ ਕਰਾਮਾਤ ਦੇ ਵਿੱਚੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਆਦਿ ਨੂੰ ਸ਼ਾਮਿਲ ਕਰ ਸਕਦੇ ਹਾਂ। ਜੀਵਨੀ ਪ੍ਰਧਾਨ ਨਿਬੰਧ ਆ ਜਿਹੜੇ ਉਹਨਾਂ ਦੇ। ਠੀਕ ਹੈ, ਜਾਨੀ ਇਹ ਜਿਹੜੇ ਸਾਰੇ ਨਿਬੰਧਾਂ ਦਾ ਮੈਂ ਨਾਮ ਲਿਆ, ਨਾਲ ਤੁਸੀਂ ਇਹ ਵੀ ਯਾਦ ਕਰ ਲਓਗੇ ਵੀ ਲੰਮੀ ਨਦਰ ਦੇ ਵਿੱਚ ਕਿਹੜੇ-ਕਿਹੜੇ ਆਉਂਦੇ ਆ। ਉੱਪਰ ਵੀ ਦੱਸਦੇ ਤੁਹਾਨੂੰ ਤੇ ਨੀਚੇ ਵੀ ਦੱਸਦੇ, ਤੇ ਸਭ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ। ਠੀਕ ਹੈ, ਇਸੇ ਤਰ੍ਹਾਂ ਕਲਮ ਦੀ ਕਰਾਮਾਤ ਦੇ ਵਿੱਚ ਜਿਹੜੇ ਨਿਬੰਧ ਆਉਂਦੇ ਆ ਇਹ ਸਾਰੇ ਕੀ ਹੈ, ਜੀਵਨੀ ਪ੍ਰਧਾਨ ਹੈ। ਠੀਕ ਹੈ, ਉਹਨਾਂ ਦੇ ਵਿੱਚ ਇਹ ਇਹਨਾਂ ਦੀਆਂ ਐਗਜ਼ਾਮਪਲ ਹੈ, ਉਹਨਾਂ ਨੂੰ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ। ਕਥਾ ਰਸ ਭਰਪੂਰ ਨਿਬੰਧ। ਠੀਕ ਹੈ, ਕਥਾ ਰਸ ਭਰਪੂਰ ਨਿਬੰਧ ਦੇਖੋ ਇਹ ਇਹਨਾਂ ਦੀ ਪੰਜਾਬੀ ਨਿਬੰਧ ਨੂੰ ਅਗਲੀ ਦੇਣ ਹੈ। ਠੀਕ ਹੈ, ਪਰ ਇਸ ਲੀਹ ਦਾ ਆਰੰਭ ਸੀ ਜਿਹੜਾ ਉਹ ਭਾਈ ਵੀਰ ਸਿੰਘ ਜੀ ਨੇ ਕੀਤਾ ਸੀ, ਤੇ ਉਸ ਤੋਂ ਬਾਅਦ ਇਹਨਾਂ ਨੇ ਉਸ ਨੂੰ ਅੱਗੇ ਤੋਰਿਆ। ਠੀਕ ਹੈ, ਅਜਿਹਾ ਕਰਨ ਨਾਲ ਜਿਵੇਂ ਨਿਬੰਧ ਵਿਚਲੀ ਬੌਧਿਕ ਸਮੱਗਰੀ ਹੈ ਜਿਹੜੀ ਉਹ ਰਸਦਾਇਕ ਬਣ ਗਈ, ਤੇ ਨਿਬੰਧ ਵਿੱਚ ਨੀਰਸਤਾ ਨਹੀਂ ਆਉਂਦੀ। ਠੀਕ ਹੈ, ਕਿਉਂਕਿ ਇਹਨਾਂ ਨੇ ਇਸ ਲੀਹ ਨੂੰ ਅੱਗੇ ਤੋਰਿਆ ਭਾਈ ਵੀਰ ਸਿੰਘ ਜੀ ਤੋਂ ਬਾਅਦ। ਅੱਗੇ ਆ ਗਿਆ ਇਤਿਹਾਸ ਮਿਥਿਹਾਸ ਦੀ ਜਾਣਕਾਰੀ। ਜਾਨੀ ਬਹੁਤ ਹੀ ਘੱਟ ਨਿਬੰਧਕਾਰ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਨਿਬੰਧਾਂ ਵਿੱਚ ਵਿਚਾਰਾਂ ਦੇ ਨਾਲ ਇਤਿਹਾਸ ਮਿਥਿਹਾਸ ਸੰਬੰਧੀ ਜਾਣਕਾਰੀ ਦਿੱਤੀ ਹੈ। ਪਰ ਇਹਨਾਂ ਨੇ ਦੇਖੋ ਇੱਥੇ ਆਪਦੇ ਨਿਬੰਧਾਂ ਦੇ ਵਿੱਚ ਜਿੱਥੇ ਇਤਿਹਾਸਿਕ ਮਹਾਪੁਰਸ਼ਾਂ ਜਿਵੇਂ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, 4 ਸਾਹਿਬਜ਼ਾਦੇ, ਭਾਈ ਕਨਈਆ ਜੀ, ਭਾਈ ਮਰਦਾਨਾ ਜੀ, ਠੀਕ ਹੈ, ਬਹੁਤ ਜਣਾਂ ਦੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ। ਤੇ ਉੱਥੇ ਇਹਨਾਂ ਨੇ ਮਿਥਿਹਾਸਿਕ ਦੇਵਤਿਆਂ ਬਾਰੇ ਵੀ ਦੱਸਿਆ, ਜਿਵੇਂ ਨਾਰਦ, ਰਿਸ਼ੀ ਮਾਰਕੰਡੇ, ਠੀਕ ਹੈ, ਯੁਧਿਸ਼ਟਰ, ਸ਼ਿਵ ਜੀ, ਇਹਨਾਂ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਦੇਖੋ ਇਹਦੇ ਵਿੱਚ ਇਹਨਾਂ ਨੇ ਇਤਿਹਾਸਿਕ ਮਹਾਪੁਰਸ਼ ਵੀ ਲਏ ਤੇ ਮਿਥਿਹਾਸਿਕ ਦੇਵਤੇ ਵੀ ਲਏ ਆ। ਅੱਗੇ ਆ ਗਈ ਇਹਨਾਂ ਦੀ ਨਿਬੰਧ ਸ਼ੈਲੀ ਦੇ ਖੇਤਰ ਵਿੱਚ ਯੋਗਦਾਨ। ਤੇ ਨਿਬੰਧ ਸ਼ੈਲੀ ਦੇ ਖੇਤਰ ਦੇ ਵਿੱਚ ਦੇਖੋ ਇਹਨਾਂ ਨੇ ਇਤਿਹਾਸਿਕ ਸ਼ੈਲੀ, ਸਫਰਨਾਮਾ ਸ਼ੈਲੀ, ਕਥਾਤਮਕ ਸ਼ੈਲੀ, ਕਾਵਮਈ ਸ਼ੈਲੀ, ਅਲੰਕਾਰਕ ਸ਼ੈਲੀ, ਕਿਸ ਸਾਰੀਆਂ ਸ਼ੈਲੀਆਂ ਇਹਨਾਂ ਨੇ ਦੇਖੋ ਕਿੰਨੀਆਂ ਵਰਤੀਆਂ। ਇਹਨਾਂ ਸਾਰੀਆਂ ਦੀ ਵਰਤੋਂ ਕਰਕੇ ਇਹਨਾਂ ਨੇ ਵਿਲੱਖਣ ਕਿਸਮ ਦੀ ਸ਼ੈਲੀ ਨੂੰ ਅਪਣਾਇਆ। ਤੇ ਇਹ ਸੀਗੀ ਦੇਖੋ ਡਾਕਟਰ ਬਲਵੀਰ ਸਿੰਘ ਦੇ ਬਾਰੇ, ਉਹਨਾਂ ਦੀ ਪੰਜਾਬੀ ਨਿਬੰਧ ਦੇ ਵਿੱਚ ਯੋਗਦਾਨ ਕੀ ਹੈ। ਇਸ ਵੀਡੀਓ ਨੂੰ ਧਿਆਨ ਨਾਲ ਵੇਖੋ, ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।